हाँ जी स्टूडेंट्स, 8th चैप्टर का 4th टॉपिक देखो बेटा। फैक्टर्स डिटरमिनिंग डेलीगेशन ऑफ अथॉरिटी। मतलब वो किहड़े-किहड़े फैक्टर्स ने जिन्हां करके असीं किन्नी एक्सटेंट दे विच डेलीगेशन करनी अथॉरिटी दी, वो सानूं पता लगदा। मतलब किन्नी अमाउंट दे विच किसी परसन नूं या किन्नी ज़्यादा प्रपोर्शन दे विच किसी परसन नूं आपां अथॉरिटी डेलीगेट करनी आ। फस्ट वन इज़ विलिंगनैस ऑफ सबऑर्डिनेट्स। दिस इज़ द मेजर फैक्टर इन डिटरमिनिंग द एक्सटेंट ऑफ डेलीगेशन। ये सब तो इंपॉर्टेंट फैक्टर है विलिंगनैस, ठीक है, भी किन्नी क असीं किसी नूं डेलीगेशन दे सकते हैं या डेलीगेशन कर सकते हैं। इफ सबॉर्ਡੀਨੇਟਸ आर नॉट विलिंग टू टेक एडिशनल रिस्पॉन्सिबिलिटी। ਹੁਣ ਜਿਹੜੇ ਵਰਕਰ ਨੇ ਜਾਂ ਇੰਪਲੋਈਜ਼ ਨੇ, ਜੇ ਉਹ ਵਿਲਿੰਗ ਹੀ ਨਹੀਂ ਹੈ ਕਿ ਅਸੀਂ ਰਿਸਪੌਂਸਿਬਿਲਿਟੀ ਲੈਣੀ ਆ, then superior will not be able to delegate authority to subordinates। ਤਾਂ ਫਿਰ ਜਿਹੜਾ superior ਆ ਉਹ ਵੀ ਆਪਦੀ ਜਿਹੜੀ ਅਥਾਰਟੀ ਉਹਨਾਂ ਨੂੰ ਡੈਲੀਗੇਟ ਨਹੀਂ ਕਰ ਸਕਦਾ। ਨੈਕਸਟ ਪੁਆਇੰਟ ਹੈ superior's attitude। only willingness of the subordinates to whom authority is to be delegated is not required। willingness of the superior to delegate authority is also essential। ਕਹਿੰਦੇ ਇਕੱਲੀ ਜਿਹੜੇ subordinate ਜਾਂ worker ਨੇ ਉਹਨਾਂ ਦੀ willingness ਹੀ ਜ਼ਰੂਰੀ ਨਹੀਂ ਹੈਗੀ, ਨਾਲ ਦੀ ਨਾਲ ਕੀ ਜ਼ਰੂਰੀ ਹੈ, ਇੱਕ ਸੁਪੀਰੀਅਰ ਦਾ ਐਟੀਟਿਊਡ ਵੀ ਜ਼ਰੂਰੀ ਆ ਕਿ ਉਹ ਖੁਦ ਵਿਲਿੰਗ ਹੈ ਆਪਦੇ ਜਿਹੜੇ ਸਬੋਰਡੀਨੇਟਸ ਆ ਉਹਨਾਂ ਨੂੰ ਅਥਾਰਟੀ ਦੇਣ ਦੇ ਲਈ। ਦ ਐਟੀਟਿਊਡ ਆਫ ਦ ਸੁਪੀਰੀਅਰ ਵੈਦਰ ਟੂ ਡੈਲੀਗੇਟ ਔਰ ਨਾਟ ਅਫੈਕਟਸ ਅ ਲੋਟ। ਹੁਣ ਹਰ ਇੱਕ ਸੁਪੀਰੀਅਰ ਦਾ ਜਿਹੜਾ ਐਟੀਟਿਊਡ ਆ ਵੀ ਉਹ ਡੈਲੀਗੇਟ ਕਰਨਾ ਚਾਹੁੰਦਾ ਜਾਂ ਨਹੀਂ ਕਰਨਾ ਚਾਹੁੰਦਾ, ਇਹ ਚੀਜ਼ ਬਹੁਤ ਪ੍ਰਭਾਵਿਤ ਕਰਦੀ ਆ। Autocratic superior will not delegate, however democratic superior is always ready to delegate। ਜਿਹੜੇ autocratic मतलब ਜਿਹੜੇ ਇਕੱਲੇ ਸਿੰਗਲ ਪਰਸਨ ਜਾਂ ਆਪਦੀ ਮਰਜ਼ੀ ਚਲਾਉਂਦੇ ਆ ਉਹ ਡੈਲੀਗੇਟ ਨਹੀਂ ਕਰਦੇ ਅਥਾਰਟੀ, ਠੀਕ ਆ। ਬਟ ਜਿਹੜੇ ਡੈਮੋਕ੍ਰੈਟਿਕ ਹੁੰਦੇ ਆ ਮਤਲਬ ਲੋਕਤਾਂਤਰਿਕ ਤਰੀਕੇ ਨਾਲ ਦਿਮਾਗ ਦੇ ਵਿੱਚ ਸੋਚਦੇ ਆ ਵੀ ਹਾਂ ਸਾਰਿਆਂ ਦੇ ਬਾਰੇ ਸੋਚਦੇ ਆ, ਉਹ ਡੈਲੀਗੇਟ ਕਰ ਦਿੰਦੇ ਆ ਅਥਾਰਟੀ ਨੂੰ, ਠੀਕ ਆ। ਨੈਕਸਟ ਪੁਆਇੰਟ ਆਪਣੇ ਕੋਲ ਹੈਗਾ ਕੁਆਂਟਮ ਆਫ ਵਰਕ। ਕੁਆਂਟਮ मतलब ਕੁਆਂਟਿਟੀ, ठीक है, ਜਿਹੜੀ ਕੰਮ ਦੀ ਕਿੰਨਾ ਕਿਸੇ ਪਰਸਨ ਦੇ ਉੱਪਰ ਵਰਕਲੋਡ ਹੈ। ਡੈਲੀਗੇਸ਼ਨ ਡਿਪੈਂਡ ਅਪੋਨ ਦ ਕੁਆਂਟਮ ਆਫ ਵਰਕ। ਇਫ ਦ ਕੁਆਂਟਮ ਆਫ ਵਰਕ ਇਜ਼ ਸਮॉल ਦੈਨ ਦੇਰ ਇਜ਼ ਨੋ ਨੀਡ ਟੂ ਡੈਲੀਗੇਟ। ਹੁਣ ਜੇ ਮੰਨ ਲਓ ਕੰਮ ਬਹੁਤ ਥੋੜ੍ਹਾ ਵਾ, ਠੀਕ ਆ, ਤਾਂ ਉਹਦਾ ਸੁਪੀਰੀਅਰ ਨੂੰ ਲੋੜ ਨਹੀਂ ਹੈ ਡੈਲੀਗੇਟ ਕਰਨ ਦੀ ਅਥਾਰਟੀ। ਹੋਏਵਰ ਇਫ ਦ ਕੁਆਂਟਮ ਆਫ ਵਰਕ ਇਜ਼ ਮੋਰ ਦੈਨ ਦੇਰ ਇਜ਼ ਨੀਡ ਟੂ ਡੈਲੀਗੇਟ। ਜੇ ਮੰਨ ਲਓ ਕੰਮ ਜ਼ਿਆਦਾ ਵਾ, ਵਰਕਲੋਡ ਜ਼ਿਆਦਾ ਵਾ, ਤਾਂ ਉਹ ਪਰਸਨ ਨੂੰ ਕੀ ਕਰਨਾ ਚਾਹੀਦਾ, ਆਪਦੇ ਸਬੋਰਡੀਨੇਟਸ ਨੂੰ ਕੀ ਦੇ ਦੇਣੀ ਚਾਹੀਦੀ ਆ, ਅਥਾਰਟੀ ਡੈਲੀਗੇਟ ਕਰ ਦੇਣੀ ਚਾਹੀਦੀ ਆ। ਦੇਅਰਫੋਰ ਇਨ ਕੇਸ ਆਫ ਮੋਰ ਕੁਆਂਟਮ ਆਫ ਵਰਕ ਗ੍ਰੇਟਰ ਇਜ਼ ਦ ਨੀਡ ਆਫ ਡੈਲੀਗੇਸ਼ਨ। ਸੋ ਇਸ ਕਰਕੇ ਕੀ ਆ ਵੀ ਜੇ ਕੰਮ ਦੀ ਅਮਾਊਂਟ ਜ਼ਿਆਦਾ ਹੈ ਤਾਂ ਸਾਨੂੰ ਕੀ ਕਰਨੀ ਚਾਹੀਦੀ ਆ, ਅਥਾਰਟੀ ਡੈਲੀਗੇਟ ਕਰਨੀ ਚਾਹੀਦੀ ਆ। नेक्स्ट फोर्थ पॉइंट देखो, ट्रस्ट एंड कॉन्फिडेंस इन सबॉर्डिनेट्स। इन केस सुपीरियर हैज़ ट्रस्ट एंड कॉन्फिडेंस इन द सबॉर्डिनेट्स then he will delegate more authority to the subordinates। ਕਹਿੰਦੇ ਜੇ ਮੰਨ ਲਓ ਕਿਸੇ ਵੀ ਸੁਪੀਰੀਅਰ ਦਾ ਬਹੁਤ ਟਰਸਟ ਆ ਆਪਦੇ ਸਬੋਰਡੀਨੇਟਸ ਦੇ ਉੱਪਰ ਤਾਂ ਉਹ ਜ਼ਿਆਦਾ ਡੈਲੀਗੇਟ ਕਰ ਸਕਦਾ ਅਥਾਰਟੀ ਉਹਨਾਂ ਨੂੰ, ਠੀਕ ਆ। ਔਨ ਦ ਅਦਰ ਹੈਂਡ ਇਫ ਦ ਸੁਪੀਰੀਅਰ ਇਜ਼ ਨੋਟ ਹੈਜ਼ ਨੋਟ ਟਰਸਟ ਐਂਡ ਕੌਨਫੀਡੈਂਸ ਓਵਰ ਦ ਸਬੋਰਡੀਨੇਟਸ ਦੈਨ ਹੀ ਵਿਲ ਨੋਟ ਡੈਲੀਗੇਟ ਇਟ। ਹੁਣ ਜੇ ਕਿਸੇ ਸੁਪੀਰੀਅਰ ਨੂੰ ਭਰੋਸਾ ਹੀ ਨਹੀਂ ਹੈ ਆਪਦੇ ਵਰਕਰਸ ਦੇ ਉੱਪਰ, ਕੋਈ ਉਹਨਾਂ ਦੇ ਉੱਪਰ ਯਕੀਨ ਨਹੀਂ ਕਰ ਰਿਹਾ ਉਹ, ਤਾਂ ਉਹਨੂੰ ਫਿਰ ਆਪਦੀ ਜਿਹੜੀ ਅਥਾਰਟੀ ਆ ਉਹ ਡੈਲੀਗੇਟ ਕਰਨ ਦੀ ਜ਼ਰੂਰਤ ਨਹੀਂ ਹੈਗੀ ਸਬੋਰਡੀਨੇਟਸ ਨੂੰ, ਬਿਕੋਜ਼ ਹੀ ਰਿਮੇਨਸ ਰਿਸਪੋਂਸੀਬਲ ਫॉर द एक्टिविटीज़ ऑफ द सबॉर्डिनेट्स। सो ਉਹਨੂੰ ਐਂ ਲੱਗੂਗਾ ਵੀ ਮੈਂ ਮੇਰੇ ਅਕੋਰਡਿੰਗ ਇਹ ਕੰਮ ਨਹੀਂ ਕਰ ਸਕਣਗੇ, ਜੇ ਇਹਨਾਂ ਨੇ ਗਲਤ ਵੀ ਕੰਮ ਕਰਤਾ ਤਾਂ ਉਹਨੂੰ ਜਵਾਬ ਦੇਣਾ ਪਊਗਾ, ਠੀਕ ਆ, ਕਿਉਂਕਿ ਹਰ ਕੰਮ ਲਈ ਤਾਂ ਜਿਹੜਾ ਸੁਪੀਰੀਅਰ ਆ ਉਹੀ ਜ਼ਿੰਮੇਵਾਰ ਹੁੰਦਾ, ਠੀਕ ਆ। ਸੋ ਦੈਟ ਮੀਨਸ ਜੇ ਉਹ ਟਰਸਟ ਕਰਦਾ ਤਾਂ ਉਹਨਾਂ ਨੂੰ ਆਪਦੀ ਅਥਾਰਟੀ ਡੈਲੀਗੇਟ ਕਰੂਗਾ, ਜੇ ਨਹੀਂ ਕਰਦਾ ਤਾਂ ਨਹੀਂ ਕਰੂਗਾ। ਨੈਕਸਟ ਦੇਖੋ, ਡਿਜ਼ਾਇਰ ਟੂ ਡੋਮੀਨੇਟ। ਇਨ ਕੇਸ ਨੇਚਰ ਆਫ ਦ ਸੁਪੀਰੀਅਰ ਇਜ਼ ਟੂ ਡੋਮੀਨੇਟ ਅਦਰਸ then he will not delegate authority to subordinates। ਹੁਣ ਕਈ ਇੱਦਾਂ ਦੇ ਸੁਪੀਰੀਅਰ ਹੁੰਦੇ ਆ ਹਾਈ ਪੋਸਟ ਵਾਲੇ ਪਰਸਨ ਜਿਹੜੇ ਦੂਜਿਆਂ ਨੂੰ ਡੋਮੀਨੇਟ ਕਰਦੇ ਆ, ਮਤਲਬ ਡੋਮੀਨੇਟ ਮੀਨਸ ਦੂਜਿਆਂ ਨੂੰ ਰੂਲ ਕਰਨ ਦੀ ਕੋਸ਼ਿਸ਼ ਕਰਦੇ ਆ, ਆਪਦੇ ਅਕੋਰਡਿੰਗ ਚਲਾਉਂਦੇ ਆ, ਤਾਂ ਉਹ ਕੀ ਕਰਦੇ ਆ, ਖੁਦ ਡੈਲੀਗੇਟ ਕਰਦੇ ਹੀ ਨਹੀਂ ਅਥਾਰਟੀ ਕਿਸੇ ਨੂੰ, ਠੀਕ ਆ। ਇਨ ਦਿਸ ਵੇ subordinates will not be encouraged। ਸੋ ਇਸ ਤਰੀਕੇ ਦੇ ਨਾਲ ਜਿਹੜੇ ਉਹਦੇ subordinates ਹੋਣਗੇ, ਇੰਪਲੋਈਜ਼ ਜਾਂ ਵਰਕਰ ਹੋਣਗੇ, ਉਹ ਇਨਕਰੇਜ ਨਹੀਂ ਹੁੰਦੇ, ਮਤਲਬ ਉਤਸ਼ਾਹਿਤ ਨਹੀਂ ਹੁੰਦੇ ਕੰਮ ਕਰਨ ਦੇ ਲਈ, ਠੀਕ ਆ। ਨੈਕਸਟ ਟੌਪਿਕ ਹੈਗਾ ਅਥਾਰਟੀ, ਰਿਸਪੌਂਸਿਬਿਲਿਟੀ ਐਂਡ ਅਕਾਊਂਟੇਬਿਲਿਟੀ। ਹੁਣ ਦੇਖੋ ਅਥਾਰਟੀ ਕੀ ਹੁੰਦੀ ਹੈ, ਪਾਵਰ, ਠੀਕ ਆ। ਸੋ ਪਹਿਲਾਂ ਆਪਾਂ ਅਥਾਰਟੀ ਬਾਰੇ ਦੇਖਦੇ ਹਾਂ। ਅਥਾਰਟੀ ਇਜ਼ ਦ ਡਿਸਕ੍ਰਿਸ਼ਨਰੀ ਪਾਵਰ ਵਿਚ ਅ ਪਰਸਨ ਇੰਜੋਇਜ਼ ਵਾਈਲ ਵਰਕਿੰਗ ਇਨ ਦਾ ਔਰਗੇਨਾਈਜੇਸ਼ਨ। ਅਥਾਰਟੀ ਦਾ ਮਤਲਬ ਇੱਕ ਇਸ ਤਰ੍ਹਾਂ ਦੀ ਪਾਵਰ, ਇੱਕ ਇਸ ਤਰ੍ਹਾਂ ਦੀ ਆਪਦੇ ਆਪ ਨੂੰ ਇੱਕ ਫਰੀ ਪਾਵਰ ਹੁੰਦੀ ਹੈ ਆਪਣੇ ਕੋਲ, ਇਹ ਮਤਲਬ ਜਿਹਦੇ ਨਾਲ ਆਪਾਂ ਫਰੀ ਫੀਲ ਕਰਦੇ ਹਾਂ,
ਠੀਕ ਹੈ, ਜਿਹਦੇ ਵਿੱਚ ਇੱਕ ਪਰਸਨ ਇੰਜੋਏ ਕਰਦਾ ਵਾ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਫ੍ਰੀ ਵਿਲ ਦੇ ਨਾਲ ਡਿਸੀਜਨ ਲੈ ਸਕਦਾ ਵਾ। ਇਟ ਇਜ਼ ਦਾ ਪਾਵਰ ਟੂ ਟੇਕ ਡਿਸੀਜਨਸ, ਟੂ ਗਾਈਡ ਅਦਰਸ ਐਕਟੀਵਿਟੀਜ਼, ਟੂ ਇਨਫਲੂਐਂਸ ਦ ਬਿਹੇਵੀਅਰ ਐਂਡ ਕੰਡਕਟ ਆਫ ਅਦਰਸ। ਸੋ ਇਹ ਇੱਕ ਅਥਾਰਟੀ ਇੱਕ ਇਸ ਤਰ੍ਹਾਂ ਦੀ ਪਾਵਰ ਆ, ਠੀਕ ਆ, ਇੱਕ ਇਸ ਤਰ੍ਹਾਂ ਦੀ ਚੀਜ਼ ਆ ਜਿਹਦੇ ਕਰਕੇ ਕੋਈ ਵੀ ਪਰਸਨ ਆਪਣੇ ਫੈਸਲੇ ਲੈ ਸਕਦਾ ਵਾ, ਦੂਜੇ ਪਰਸਨਸ ਨੂੰ ਗਾਈਡ ਕਰ ਸਕਦਾ, ਉਹਨਾਂ ਦੇ ਬਿਹੇਵੀਅਰ ਨੂੰ ਇਨਫਲੂਐਂਸ ਮਤਲਬ ਪ੍ਰਭਾਵਿਤ ਕਰ ਸਕਦਾ ਤੇ ਉਹਨਾਂ ਦਾ ਕੋਡ ਆਫ ਕੰਡਕਟ ਵੀ ਚੈੱਕ ਕਰ ਸਕਦਾ। ਬਟ ਅਥਾਰਟੀ ਮੂਵਸ ਵਿਦ ਦਾ ਪੋਜੀਸ਼ਨ ਐਂਡ ਨਾਟ ਵਿਦ ਦਾ ਪਰਸਨ। ਹੁਣ ਅਥਾਰਟੀ ਕਿਸੇ ਦੇ ਪਰਸਨ ਦੇ ਨੇਮ ਅਕੋਰਡਿੰਗ ਨਹੀਂ ਹੁੰਦੀ, ਉਹਦੀ ਪੋਜੀਸ਼ਨ ਦੇ ਨਾਲ ਅਥਾਰਟੀ ਜੁੜੀ ਹੁੰਦੀ ਆ। ਜਿੰਨੀ ਹਾਈ ਪੋਜੀਸ਼ਨ ਤੇ ਹੋਊਗਾ, ਉਹ ਹਾਈ ਪੋਸਟ ਤੇ ਹੋਊਗਾ, ਉਨੀ ਜ਼ਿਆਦਾ ਉਹਦੇ ਕੋਲ ਅਥਾਰਟੀ ਹੋਊਗੀ, ਠੀਕ ਆ। ਸੋ ਇਹਦੇ ਵਿੱਚ 4 ਡੈਫੀਨੇਸ਼ਨਸ ਦਿੱਤੀਆਂ ਨੇ, ਆਪਾਂ ਫਸਟ ਵਨ ਕਰਦੇ ਹਾਂ। ਅਥਾਰਟੀ ਮੇ ਬੀ ਡਿਫਾਈਨਡ ਐਜ਼ ਦਾ ਪਾਵਰ ਟੂ ਮੇਕ ਡਿਸੀਜਨਸ ਵਿਚ ਗਾਈਡ ਦਾ ਐਕਸ਼ਨਸ ਆਫ ਦਾ ਅਦਰਸ। ਸੋ ਅਥਾਰਟੀ ਨੂੰ ਕਹਿੰਦੇ ਆਪਾਂ ਇਸ ਤਰ੍ਹਾਂ ਨਾਲ ਪ੍ਰਭਾਸ਼ਿਤ ਕਰ ਸਕਦੇ ਹਾਂ ਵੀ ਇੱਕ ਉਹ ਪਾਵਰ ਆ ਜਿਹਦੇ ਨਾਲ ਕਿ ਇੱਕ ਪਰਸਨ ਡਿਸੀਜਨਸ ਲੈ ਸਕਦਾ ਜਿਹੜੇ ਕਿ ਦੂਜਿਆਂ ਦੇ ਐਕਸ਼ਨਸ ਨੂੰ ਗਾਈਡ ਕਰਦੇ ਆ, ਠੀਕ ਆ, ਉਹ ਫੈਸਲੇ ਜਿਹੜੇ ਦੂਜਿਆਂ ਦੇ ਐਕਸ਼ਨਸ ਨੂੰ ਗਾਈਡ ਕਰਦੇ ਆ। ਨੈਕਸਟ ਇਹਦੇ ਕੁਝ ਫੀਚਰਸ ਨੇ। ਫਸਟ ਵਨ ਇਜ਼ ਇਟ ਇਜ਼ ਅ ਰਾਈਟ ਟੂ ਕਮਾਂਡ ਐਂਡ ਕੰਟਰੋਲ ਅਦਰਸ। ਸੋ ਅਥਾਰਟੀ ਕੀ ਆ, ਇਹ ਇੱਕ ਇਸ ਤਰ੍ਹਾਂ ਦਾ ਅਧਿਕਾਰ ਹੈ ਜਿਹਦੇ ਕਰਕੇ ਇੱਕ ਪਰਸਨ ਦੂਜਿਆਂ ਨੂੰ ਕੰਟਰੋਲ ਕਰ ਸਕਦਾ, ਦੂਜਿਆਂ ਨੂੰ ਕਮਾਂਡ ਕਰ ਸਕਦਾ। ਸੈਕਿੰਡ ਪੁਆਇੰਟ ਕੀ ਆ, ਦਾ ਰਾਈਟ ਆਫ ਕਮਾਂਡਿੰਗ ਅਦਰਸ ਇਜ਼ ਲੈਜੀਟੀਮੇਟ। ਸੋ ਹੁਣ ਜਿਹੜਾ ਉਹ ਪਰਸਨ ਕੋਲੇ ਅਥਾਰਟੀ ਦੇ ਅਕੋਰਡਿੰਗ ਇੱਕ ਕਾਨੂੰਨੀ ਤੌਰ 'ਤੇ ਅਧਿਕਾਰ ਆ ਗਿਆ, ਕਿਉਂਕਿ ਉਹ ਆਪਦੀ ਫਰਮ ਦੇ ਵਿੱਚ ਕੋਈ ਕੰਮ ਕਰ ਰਿਹਾ ਤਾਂ ਉਹਦੀ ਪੋਜੀਸ਼ਨ ਦੇ ਕਰਕੇ ਉਹਦੇ ਕੋਲੇ ਇਹ ਅਥਾਰਟੀ ਆਈ ਹੋਈ ਆ, ਠੀਕ ਆ, ਤਾਂ ਇਹਨੂੰ ਲੈਜੀਟੀਮੇਟ ਕਿਹਾ ਜਾਂਦਾ। ਲੈਜੀਟੀਮੇਟ ਦਾ ਮਤਲਬ ਹੁੰਦਾ ਜਿਹੜਾ ਬਾਏ ਲਾਅ ਉਹਨੂੰ ਅਧਿਕਾਰ ਮਿਲਿਆ ਹੋਵੇ ਦੂਜਿਆਂ ਨੂੰ ਕਮਾਂਡ ਕਰਨ ਦੇ ਲਈ, ਠੀਕ ਆ। ਨੈਕਸਟ ਹੈਗਾ ਇਟ ਇਨਸ਼ੋਰਸ ਫੁੱਲ ਕੰਪਲਾਇੰਸ ਆਫ ਆਰਡਰਸ ਐਂਡ ਇੰਸਟਰਕਸ਼ਨਸ। ਕੰਪਲਾਇੰਸ ਦਾ ਮਤਲਬ ਹੁੰਦਾ ਵੀ ਕੰਪਲੀਟ ਕਰਨਾ, ਠੀਕ ਆ, ਮਤਲਬ ਇਹਦੇ ਵਿੱਚ ਇਹ ਇਨਸ਼ੋਰ ਕੀਤਾ ਜਾਂਦਾ ਕਿ ਜਿਹੜੇ ਆਰਡਰਸ ਤੇ ਇੰਸਟਰਕਸ਼ਨਸ ਨੇ ਉਹ ਪ੍ਰੋਪਰ ਕੰਪਲੀਟ ਹੋਣ, ਮਤਲਬ ਜਿਵੇਂ ਉਹ ਬੰਦਾ ਦੱਸ ਰਿਹਾ ਵਾ ਬਾਕੀ ਉਹਨੂੰ ਫੋਲੋ ਕਰਨ, ਠੀਕ ਆ। ਨੈਕਸਟ ਹੈਗਾ ਦ ਰਾਈਟ ਆਫ ਡਿਸੀਜਨ ਮੇਕਿੰਗ ਆਲਸੋ ਗੋਜ਼ ਵਿਦ ਦ ਅਥਾਰਟੀ। ਕਿਸੇ ਪਰਸਨ ਕੋਲੇ ਜੋ ਵੀ ਅਧਿਕਾਰ ਹੈ, ਠੀਕ ਆ, ਫੈਸਲੇ ਲੈਣ ਦਾ, ਉਹ ਕਾਹਦੇ ਕਰਕੇ ਹੁੰਦਾ, ਅਥਾਰਟੀ ਕਰਕੇ ਹੀ ਹੁੰਦਾ। ਨੈਕਸਟ ਹੈ ਇਟ ਓਰੀਜੀਨੇਟ ਫਰੋਮ ਲਾਅ, ਕਸਟਮ ਔਰ ਐਕਸੈਪਟੈਂਸ ਬਾਏ ਦਾ ਫੋਲੋਅਰਸ। ਕਿਸੇ ਪਰਸਨ ਕੋਲੇ ਕਿੰਨੀ ਅਥਾਰਟੀ ਹੋਊਗੀ, ਇਹ ਬਾਏ ਲਾਅ ਮਤਲਬ ਇੱਕ ਕਾਨੂੰਨੀ ਅਧਿਕਾਰ ਦੁਆਰਾ, ਕਸਟਮ ਮਤਲਬ ਰੀਤੀ ਰਿਵਾਜ ਦੁਆਰਾ, ਜਾਂ ਜਿਹੜੇ ਦੇ ਫੋਲੋਅਰਾਂ ਨੂੰ ਕਿਵੇਂ ਐਕਸੈਪਟ ਕਰਦੇ ਆ ਉਹਦੇ ਦੁਆਰਾ ਪੈਦਾ ਹੁੰਦੀ ਆ ਅਥਾਰਟੀ। ਇਟ ਇਜ਼ ਡੈਲੀਗੇਟਡ ਡਾਊਨਵਰਡਸ। ਅਥਾਰਟੀ ਨੂੰ ਡਾਊਨਵਰਡ ਪੋਜੀਸ਼ਨ ਦੇ ਵਿੱਚ, ਹਾਇਰਾਰਕੀ ਦੇ ਵਿੱਚ ਡੈਲੀਗੇਟ ਕੀਤਾ ਜਾ ਸਕਦਾ ਵਾ। ਨੈਕਸਟ ਹੈ ਇਟ ਇਜ਼ ਐਕਸਰਸਾਈਜ਼ ਟੂ ਅਟੇਨ ਕਾਮਨ ਗੋਲਸ ਆਫ ਦਾ ਆਰਗੇਨਾਈਜੇਸ਼ਨ। ਸੋ ਇਹਨੂੰ ਕਿਉਂ ਯੂਜ਼ ਕੀਤਾ ਜਾਂਦਾ ਅਥਾਰਟੀ ਨੂੰ, ਤਾਂ ਕਿ ਅਸੀਂ ਜਿਹੜੇ ਆਰਗੇਨਾਈਜੇਸ਼ਨ ਦੇ ਗੋਲ ਸੈੱਟ ਕੀਤੇ ਨੂੰ ਅਸੀਂ ਅਚੀਵ ਕਰ ਸਕੀਏ। ਨੈਕਸਟ ਕੀ ਆ, ਇਟ ਇਜ਼ ਅ ਕਮਾਂਡਿੰਗ ਫੋਰਸ ਵਿਚ ਬਾਈਂਡਸ ਦਾ ਇੰਡੀਵਿਜੂਅਲਸ। ਸੋ ਇੱਕ ਇਸ ਤਰ੍ਹਾਂ ਦੀ ਕਮਾਂਡ ਕਰਨ ਵਾਲੀ ਫੋਰਸ ਹੈ ਜਿਹੜੀ ਕਿ ਬਹੁਤ ਸਾਰੇ ਇੰਡੀਵਿਜੂਅਲਸ ਨੂੰ ਆਪਸ ਦੇ ਵਿੱਚ ਬਾਈਂਡ ਕਰਦੀ ਹੈ, ਜੋੜਦੀ ਆ। ਨੈਕਸਟ ਇਹਦਾ ਡਿਫਰੈਂਸ ਦੇਖੋ, ਬੇਸਿਸ ਦੇ ਵਿੱਚ ਦੇਖੋ ਪਹਿਲਾਂ ਕਮਾਂਡ, ਅਥਾਰਟੀ ਤੇ ਪਾਵਰ ਦੇ ਵਿੱਚ ਆਪਾਂ ਡਿਫਰੈਂਸ ਦੱਸਾਂਗੇ। ਕਮਾਂਡ ਦੇ ਵਿੱਚ ਕੀ ਆ ਜਾਂਦਾ, ਅਥਾਰਟੀ ਕੀ ਆ, ਰਾਈਟ ਟੂ ਕਮਾਂਡ। ਅਥਾਰਟੀ ਇੱਕ ਇਸ ਤਰ੍ਹਾਂ ਦਾ ਅਧਿਕਾਰ ਹੈ ਜਿਹਦੇ ਕਰਕੇ ਕੋਈ ਪਰਸਨ ਦੂਜੇ ਨੂੰ ਕਮਾਂਡ ਦੇ ਸਕਦਾ, ਠੀਕ ਆ। ਪਾਵਰ ਕੀ ਆ, ਕਪੈਸਿਟੀ ਆਫ ਕਮਾਂਡ। ਹੁਣ ਕਿਸੇ ਪਰਸਨ ਦੇ ਵਿੱਚ ਪਾਵਰ ਹੈ ਜਾਂ ਆਪਾਂ ਕਹਿ ਦਈਏ क्षमता ਹੈ, ਕਪੈਸਿਟੀ ਹੈ, ਤਾਂ ਉਹ ਦੂਜਿਆਂ ਨੂੰ ਕਮਾਂਡ ਕਰ ਸਕਦਾ। ਨੈਕਸਟ ਹੈ ਐਕਸਰਸਾਈਜ਼ ਬਿਕੋਜ਼ ਆਫ ਪੋਜੀਸ਼ਨ ਇਨ ਦਾ ਆਰਗੇਨਾਈਜੇਸ਼ਨ। ਅਥਾਰਟੀ ਕਿਵੇਂ ਮਿਲਦੀ ਹੈ ਕਿਸੇ ਪਰਸਨ ਨੂੰ, ਜਿਵੇਂ ਉਹਦੀ ਆਰਗੇਨਾਈਜੇਸ਼ਨ 'ਚ ਪੋਜੀਸ਼ਨ ਹੁੰਦੀ ਆ, ਜਿਹੜੀ ਪੋਜੀਸ਼ਨ ਤੇ ਹੈ, ਜੇ ਮੰਨ ਲਓ ਬਹੁਤ ਜ਼ਿਆਦਾ ਅਪਰ ਪੋਜੀਸ਼ਨ ਤੇ ਆ ਤਾਂ ਜ਼ਿਆਦਾ ਅਥਾਰਟੀ ਉਹਦੇ ਕੋਲੇ, ਜੇ ਲੋਅਰ ਪੋਜੀਸ਼ਨ ਦਾ ਤਾਂ ਘੱਟ ਅਥਾਰਟੀ ਹੈ, ਠੀਕ ਆ। ਨੈਕਸਟ ਹੈਗਾ ਪਾਵਰ ਬਿਕੋਜ਼ ਆਫ ਪਰਸਨ ਹਿਜ਼ ਪਰਸਨੈਲਿਟੀ ਟ੍ਰੇਟਸ। ਜਿਹੜੀ ਕਿਸੇ ਪਰਸਨ ਦੇ ਵਿੱਚ ਤਾਕਤ ਆ ਜਾਂ ਪਾਵਰ ਆ, ਉਹ ਕਾਹਦੇ ਕਰਕੇ ਹੁੰਦੀ, ਉਹਦੀ ਆਪਦੀਆਂ ਪਰਸਨੈਲਿਟੀ ਟ੍ਰੇਟਸ ਕਰਕੇ, ਮਤਲਬ ਉਹਦੀ ਪਰਸਨੈਲਿਟੀ ਦੇ ਕਰਕੇ ਉਹਦੇ ਵਿੱਚ ਪਾਵਰ ਹੁੰਦੀ ਆ। ਨੈਕਸਟ ਹੈ ਲੈਜੀਟੀਮੇਸੀ। ਇਟ ਇਜ਼ ਲੈਜੀਟੀਮੇਟ ਬਿਕੋਜ਼ ਆਫ ਪਰਟੀਕੂਲਰ ਪੋਜੀਸ਼ਨ ਹੈਲਡ। ਹੁਣ ਕੋਈ ਵੀ ਪੋਜੀਸ਼ਨ ਆ, ਮੰਨ ਲਓ ਕੋਈ ਹਾਈ ਪੋਸਟ ਆ, ਟੌਪ ਮੈਨੇਜਰਸ ਦੇ ਵਿੱਚ ਕੋਈ ਪਰਸਨ ਆਉਂਦਾ, ਉਹਦੇ ਕਰਕੇ ਉਹਦੇ ਕੋਲੇ ਅਥਾਰਟੀ ਆ, ਠੀਕ ਆ, ਮਤਲਬ ਉਹਦੀ ਪੋਜੀਸ਼ਨ ਕਰਕੇ ਉਹਦੇ ਕੋਲੇ ਇਹ ਅਥਾਰਟੀ ਆਈ ਹੋਈ ਆ। ਪਾਵਰ ਕੀ ਹੁੰਦੀ ਆ, ਇਟ ਇਜ਼ ਪਰਸਨਲ ਰੈਦਰ ਦੈਨ ਇੰਸਟੀਟਿਊਸ਼ਨਲ। ਹੁਣ ਕੋਈ ਬੰਦਾ ਕਿਸੇ ਆਰਗੇਨਾਈਜੇਸ਼ਨ 'ਚ ਕੰਮ ਕਰਦਾ, ਆਪਾਂ ਕਹਿ ਦਿੰਦੇ ਹਾਂ ਹਾਈ ਪੋਜੀਸ਼ਨ 'ਤੇ ਤਾਂ ਜ਼ਿਆਦਾ ਅਥਾਰਟੀ ਆ, ਬਟ ਇਹ ਬਿਨਾਂ ਕਿਸੇ ਆਫਿਸ 'ਚ ਕੰਮ ਕੀਤੇ ਜਾਂ ਬਿਨਾਂ ਕਿਸੇ ਕੰਪਨੀ 'ਚ ਕੰਮ ਕੀਤੇ ਵੈਸੇ ਹੀ ਕਿਸੇ ਪਰਸਨ ਦੇ ਕੋਲੇ ਆਪਦੇ ਕੋਲੇ ਕਮਾਂਡ ਕਰਨ ਦਾ, ਜਿਵੇਂ ਆਪਾਂ ਕਹਿੰਦੇ ਕਪੈਸਿਟੀ ਹੋਵੇ, ਤਾਂ ਅਸੀਂ ਉਹਨੂੰ ਕਹਿ ਦਿੰਦੇ ਹਾਂ ਵੀ ਹਾਂ ਇਹਦੀ ਇੱਕ ਪਰਸਨਲ ਟ੍ਰੇਟ ਆ, ਠੀਕ ਆ। ਨੈਕਸਟ ਦੇਖੋ ਇਹਦੇ ਜਿਹੜੇ ਬਾਕੀ ਪੈਂਡਿੰਗ ਪੁਆਇੰਟਸ ਨੇ। ਹਾਇਰਾਰਕੀ। ਹੁਣ ਦੇਖੋ ਹਾਇਰਾਰਕੀ ਦੇ ਵਿੱਚ ਕੀ ਦੱਸਿਆ ਗਿਆ, ਅਥਾਰਟੀ ਕੀ ਆ, ਇਟ ਇਨਕਰੀਜ਼ਿਜ਼ ਐਜ਼ ਵਨ ਗੋਜ਼ ਹਾਇਰ ਇਨ ਹਾਇਰਾਰਕੀ। ਹਾਇਰਾਰਕੀ ਸੀਗੀ ਇੱਕ ਪੋਜੀਸ਼ਨ ਦੇ ਅਕੋਰਡਿੰਗ ਇੱਕ ਚੇਨ ਬਣੀ ਹੋਈ, ਠੀਕ ਆ, ਵੀ ਜਿਵੇਂ ਪਹਿਲਾਂ ਟੌਪ ਐਗਜ਼ੈਕਟਿਵ ਹੋ ਗਏ, ਫਿਰ ਉਹਦੇ ਨੀਚੇ ਕੰਮ ਕਰਨ ਵਾਲੇ, ਫਿਰ ਉਹਦੇ ਨੀਚੇ ਵਰਕਰ ਜਾਂ ਸੁਪੀਰੀਅਰ, ਠੀਕ ਆ, ਨੀਚੇ ਸੁਪਰਵਾਈਜ਼ਰ ਵਗੈਰਾ ਹੋ ਗਏ ਪਹਿਲਾਂ, ਫਿਰ ਵਰਕਰ ਹੋ ਗਏ, ਇਸ ਤਰ੍ਹਾਂ ਨਾਲ।
ਸੋ ਇਹ ਹਾਇਰਾਰਕੀ ਹੈ ਜਿਹੜੀ, ਇਹਦੇ ਵਿੱਚ ਇਹ ਜਿਵੇਂ ਜਿਵੇਂ ਉੱਪਰ ਨੂੰ ਜਾਂਦੇ ਹਾਂ ਆਪਾਂ ਹਾਇਰਾਰਕੀ ਦੇ ਵਿੱਚ, ਅਥਾਰਟੀ ਇਨਕਰੀਜ਼ ਹੁੰਦੀ ਜਾਂਦੀ ਆ। ਪਾਵਰ ਕੀ ਆ? ਪਾਵਰ ਦੀ ਕੋਈ ਰਿਲੇਸ਼ਨ ਨਹੀਂ ਹੈ ਹਾਇਰਾਰਕੀ ਦੇ ਨਾਲ। ਨੈਕਸਟ ਇਜ਼ ਡੈਲੀਗੇਸ਼ਨ। ਡੈਲੀਗੇਸ਼ਨ ਮਤਲਬ ਜਿਹੜੀ ਅਥਾਰਟੀ ਹੈ ਡੈਲੀਗੇਟ ਕੀਤੀ ਜਾ ਸਕਦੀ ਹੈ, ਦਿੱਤੀ ਜਾ ਸਕਦੀ ਹੈ ਕਿਸੇ ਨੂੰ, ਡੈਲੀਗੇਟਡ ਟੂ ਲੋਅਰ ਲੈਵਲ ਫਰੋਮ ਦਾ ਹਾਇਰ ਲੈਵਲ। ਸੋ ਜਿਹੜੀ ਅਥਾਰਟੀ ਹੈ ਇਹ ਹਾਇਰ ਲੈਵਲ ਦੇ ਲੋਕ ਲੋਅਰ ਲੈਵਲ ਦੇ ਲੋਕਾਂ ਨੂੰ ਜਾਂ ਲੋਅਰ ਲੈਵਲ ਦੇ ਆਫਿਸਰਸ ਨੂੰ ਡੈਲੀਗੇਟ ਕਰਦੇ ਆ। ਹੁਣ ਜਿਹੜੀ ਪਾਵਰ ਆ ਅਕਵਾਇਰਡ ਥਰੂ ਡਿਫਰੈਂਟ ਮੀਨਸ, ਕੋਰਸ਼ਨ ਅੰਡਰ ਇਨਫਲੂਐਂਸ ਐਟਸੈਟਰਾ। ਹੁਣ ਜਿਹੜੀ ਪਾਵਰ ਆ ਇਹ ਕਿਸੇ ਦੀ ਫਿਜ਼ੀਕਲ ਪਾਵਰ ਹੁੰਦੀ ਆ, ਤਾਕਤ ਆ ਜਿਹੜੀ, ਠੀਕ ਆ, ਮਤਲਬ ਉਹਦੀ ਫਿਜ਼ੀਕਲ ਫੋਰਸ ਕਰਕੇ ਹੁੰਦੀ ਆ। ਕੋਰਸ਼ਨ ਮਤਲਬ ਵੀ ਫਿਜ਼ੀਕਲ ਫੋਰਸ ਕਰਕੇ ਉਹਦੇ ਵਿੱਚ ਹੁੰਦੀ ਆ, ਠੀਕ ਆ। ਨੈਕਸਟ ਹੈ ਫਲੋ। ਜਿਹੜੀ ਅਥਾਰਟੀ ਆ ਇਹ ਹਾਇਰਾਰਕੀ ਦੇ ਵਿੱਚ ਫਲੋ ਕਰਦੀ ਆ ਡਾਊਨਵਰਡ, ਉੱਪਰੋਂ ਨੀਚੇ ਵੱਲ ਨੂੰ ਅਥਾਰਟੀ ਦਿੱਤੀ ਜਾਂਦੀ ਆ। ਜਿਹੜੀ ਪਾਵਰ ਆ ਇਹ ਫਲੋ ਇਨ ਆਲ ਦਾ ਡਾਇਰੈਕਸ਼ਨਸ, ਮਤਲਬ ਇਹਦੇ 'ਚ ਕੋਈ ਸਪੈਸੀਫਿਕ ਡਾਇਰੈਕਸ਼ਨ ਨਹੀਂ ਹੈ। ਕਿਸੇ ਪਰਸਨ ਕੋਲ ਉਹਦੀ ਕੈਪੈਸਿਟੀ ਹੈਗੀ ਆ ਜਾਂ ਕਹਿ ਲਈਏ ਕੋਈ ਕਮਾਂਡ ਕਰਨ ਦੀ ਕਿਸੇ ਨੂੰ, ਤਾਂ ਉਹਦੇ ਕੋਲ ਪਾਵਰ ਆ, ਮਤਲਬ ਸਾਰੀਆਂ ਡਾਇਰੈਕਸ਼ਨਸ ਨੂੰ ਫਲੋ ਕਰਦੀ ਆ। ਨੈਕਸਟ ਵੀਡੀਓ ਦੇ ਵਿੱਚ ਆਪਾਂ ਰਿਸਪੌਂਸਿਬਿਲਿਟੀ ਐਂਡ ਅਕਾਊਂਟੇਬਿਲਿਟੀ ਬਾਰੇ ਡਿਸਕਸ ਕਰਦੇ ਹਾਂ।